TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਪ੍ਰੋਗਰਾਮ ਦੌਰਾਨ ਸ਼ਾਮਲ ਕਰੀਏ। 2017 ਵਿੱਚ ਯੂਪੀ ਵਿੱਚ ਭਾਜਪਾ ਕੀਤੇ ਵਾਅਦੇ ਭੁੱਲੀ, ਪਰ ਲੋਕ ਕਰਵਾ ਰਹੇ ਨੇ ਚੇਤੇ। ਆਖਰ ਸਿੱਧੂ ਮਾਰ ਹੀ ਗਿਆ ਬਾਜ਼ੀ। ਡੇਰਾ ਮੁਖੀ ਅਤੇ 9 ਹੋਰਨਾਂ ਖਿਲਾਫ ਅਦਾਲਤ ਵਿੱਚ ਸਪਲੀਮੈਂਟਰੀ ਚਲਾਨ ਪੇਸ਼। ਹਾਈ ਕੋਰਟ ਨੇ ਸੁਖਪਾਲ ਖਹਿਰਾ ਦੀ ਜ਼ਮਾਨਤ ਕੀਤੀ ਮਨਜ਼ੂਰ। ਸਿੱਧੂ ਮਜੀਠੀਆ ਖਿਲਾਫ ਭਾਰਤੀ ਜਨਤਾ ਪਾਰਟੀ ਨੇ ਇੱਕ ਅਫਸਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਗਿਰਗਿਟ ਨੂੰ ਵੀ ਮਾਤ ਪਾਇਆ ਸਿਆਸੀ ਆਗੂਆਂ ਨੇ ਅਤੇ ਰਾਮਪੁਰਾ ਫੂਲ ਵਿੱਚ ਅਕਾਲੀ ਅਤੇ ਕਾਂਗਰਸੀ ਹੋਏ ਹੱਥੋਂ ਪਾਈ। ਦੋਸਤੋ, ਇਹ ਤੇ ਕੁਝ ਹੋਰ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਕਰਨੀਆਂ ਨੇ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ, ਪ੍ਰੋਗਰਾਮ ਚੋਣ ਦੰਗਲ ਤੁਹਾਡੇ ਵਾਸਤੇ ਇਹਨਾਂ ਚੋਣਾਂ ਦੇ ਮੱਦੇਨਜ਼ਰ ਰੋਜ਼ਾਨਾ ਪੇਸ਼ ਕੀਤਾ ਜਾਂਦਾ ਹੈ। ਕਿਰਪਾ ਕਰਕੇ ਵੇਖ ਲਿਆ ਕਰੋ, ਵੇਖ ਕੇ ਅੱਗੇ ਸ਼ੇਅਰ ਕਰ ਦਿਆ ਕਰੋ, ਤਾਂ ਕਿ ਚੋਣਾਂ ਦੇ ਨਾਲ ਜੁੜੀਆਂ ਕੁਝ ਜਾਣਕਾਰੀਆਂ ਜਿਨ੍ਹਾਂ ਵਿੱਚੋਂ ਤੁਹਾਡੇ ਲਈ ਕੁਝ ਸਵਾਲ ਪੈਦਾ ਹੁੰਦੇ ਨੇ ਜਿਹੜੇ ਉਮੀਦਵਾਰਾਂ ਨੂੰ ਪੁੱਛੇ ਜਾ ਸਕਦੇ ਆ, ਅਤੇ ਚੋਣ ਪ੍ਰਕਿਰਿਆ ਦਾ ਹਿੱਸਾ ਬਣਨ ਦੇ ਵਾਸਤੇ ਤੁਹਾਡੇ ਕੋਲ ਉਹ ਜਾਣਕਾਰੀ ਹੋਣੀ ਲਾਜ਼ਮੀ ਹੈ। ਅੱਜ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਜਾਣਾ ਹੈ ਉਹਦੇ ਵਿੱਚ ਅਕਸਰ ਆਪਾਂ ਜ਼ਿਕਰ ਕਰਦੇ ਹਾਂ ਕਿ ਜ਼ਮਾਨਤ ਜ਼ਬਤ ਹੋ ਜੂਗੀ, ਤੇਰੀ ਜ਼ਮਾਨਤ ਜ਼ਬਤ ਕਰਵਾ ਦਿਆਂਗੇ, ਫਲਾਣੇ ਦੀ ਜ਼ਮਾਨਤ ਜ਼ਬਤ ਹੋ ਗਈ। ਅਸਲ 'ਚ ਹੁੰਦਾ ਕੀ ਹੈ, ਕਿਵੇਂ ਜ਼ਮਾਨਤ ਬਚਦੀ ਹੈ, ਕਿਵੇਂ ਜ਼ਮਾਨਤ ਜ਼ਬਤ ਹੁੰਦੀ ਆ, ਉਹਦੇ ਉੱਤੇ ਵਿਸਥਾਰ ਨਾਲ ਗੱਲਬਾਤ ਹੋਏਗੀ। ਤੇ ਜੇ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਕਰ ਦਿਓ, ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਵਿਸਥਾਰ ਨਾਲ ਇਹਨਾਂ ਸਾਰੀਆਂ ਜਾਣਕਾਰੀਆਂ ਨੂੰ ਪ੍ਰੋਗਰਾਮ ਦੌਰਾਨ ਸ਼ਾਮਲ ਕਰੀਏ। ਵਿਧਾਨ ਸਭਾ ਦੀਆਂ ਚੋਣਾਂ 5 ਸੂਬਿਆਂ 'ਚ ਨੇ। ਯੂਪੀ ਤੇ ਵੀ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹਨ ਤੇ ਪੰਜਾਬ ਤੇ ਹੋਰਨਾਂ ਸੂਬਿਆਂ ਤੇ ਵੀ ਹੈ। ਪਰ ਯੂਪੀ ਦੇ ਵਿੱਚ ਭਾਜਪਾ ਦਾ ਚੋਣ ਮਨੋਰਥ ਪੱਤਰ ਮੈਨੀਫੈਸਟੋ 1-2 ਦਿਨਾਂ ਦੇ ਵਿੱਚ ਆ ਜਾਣ ਦੀ ਸੰਭਾਵਨਾ ਹੈ। ਪੰਜਾਬ ਦੇ ਵਿੱਚ ਵੀ ਲਗਭਗ ਸਾਰੀਆਂ ਪਾਰਟੀਆਂ ਇਸੇ ਤਰੀਕੇ ਨਾਲ ਜ਼ੋਰ ਸ਼ੋਰ ਨਾਲ ਆਪਣੀ ਕਿਸਮਤ ਅਜਮਾ ਰਹੀਆਂ ਨੇ, ਦਾਅਵੇ ਵੀ ਕਰ ਰਹੀਆਂ ਨੇ, ਵਾਅਦੇ ਵੀ ਕਰ ਰਹੀਆਂ ਨੇ। ਪਰ ਇੱਕ ਇਸੇ ਤਰ੍ਹਾਂ ਦਾ ਚੋਣ ਮਨੋਰਥ ਪੱਤਰ ਭਾਰਤੀ ਜਨਤਾ ਪਾਰਟੀ ਨੇ 28 ਜਨਵਰੀ ਤੇ 2017 ਨੂੰ ਵੀ ਪੇਸ਼ ਕੀਤਾ ਸੀ। ਉਹਦੇ ਵਿੱਚ 10 ਵੱਖ-ਵੱਖ ਵਿਸ਼ਿਆਂ ਤੇ ਕਰੀਬ 100 ਵਾਅਦੇ ਕੀਤੇ ਗਏ ਸੀ ਤੇ ਉਸ ਮੈਨੀਫੈਸਟੋ ਦੇ 32 ਸਫ਼ੇ ਮੈਂ ਪਲਟੇ। ਉਹ 32 ਸਫ਼ੇ ਪਲਟਦਿਆਂ ਮੇਰੀ ਨਜ਼ਰ ਗਈ ਕਿ 7 ਵੱਡੇ ਤੇ ਜ਼ਰੂਰੀ ਵਾਅਦੇ 10 ਦੇ ਵਿੱਚੋਂ ਜਿਹੜੇ 10 ਵੱਡੇ ਨੁਕਤੇ ਸੀ ਉਹਨਾਂ ਦੇ ਵਿੱਚੋਂ 7 ਜ਼ਰੂਰੀ ਨੁਕਤੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਗਈਆਂ ਸੀ। ਯੂਪੀ ਦੇ ਲੋਕਾਂ ਨੇ ਵੋਟਾਂ ਪਾ ਵੀ ਦਿੱਤੀਆਂ ਸੀ। ਕੁਰਸੀ ਤੇ ਬੈਠਣ ਤੋਂ ਬਾਅਦ ਜੋਗੀ ਜੀ ਪਤਾ ਨਹੀਂ ਕਿਹੜੀ ਧੁਨ 'ਚ ਮਸਤ ਹੋ ਗਏ। ਉਹਨਾਂ ਦੇ ਵਿੱਚੋਂ ਬਹੁਤਾ ਕੰਮ ਹੋਇਆ ਨਹੀਂ। ਜਦੋਂ ਮੈਨੀਫੈਸਟੋ ਲਾਂਚ ਕੀਤਾ ਗਿਆ ਸੀ, ਅਮਿਤ ਸ਼ਾਹ ਹੋਰਾਂ ਨੇ ਆਖਿਆ ਸੀ ਕਿ ਸਾਡਾ ਐਲਾਨ ਹੀ ਨਹੀਂ, ਇਹ ਸਾਡਾ ਸੰਕਲਪ ਹੈ। ਤੇ ਇਹਨਾਂ 7 ਸੰਕਲਪਾਂ ਤੇ ਸੰਖੇਪ ਦੇ ਵਿੱਚ 2-4 ਦਾ ਮੈਂ ਜ਼ਿਕਰ ਕਰ ਦਿੰਦਾ। ਉਹਨਾਂ ਤੇ 1% ਕੰਮ ਵੀ ਨਹੀਂ ਹੋਇਆ। ਤੁਸੀਂ ਆਪ ਹਿਸਾਬ ਲਾ ਲਓ ਕਿ ਇਹ ਚੋਣ ਮਨੋਰਥ ਪੱਤਰ, ਇਹਦਾ ਮਤਲਬ ਤੁਹਾਡੇ ਨਾਲ ਫਿਰ ਇੱਕ ਠੱਗੀ ਦੇ ਮਸਾਲੇ ਹੈ। ਇਸ ਕਰਕੇ ਜਵਾਬਦੇਹ ਜ਼ਰੂਰ ਬਣਾਇਓ। ਸਭ ਤੋਂ ਪਹਿਲਾਂ ਸੀ ਉਹਦੇ 'ਚ ਕਿ ਆਲੂ ਤੇ ਪਿਆਜ਼ ਤੇ ਲਸਣ ਤੇ MSP ਤੈਅ ਕੀਤੀ ਜਾਊ। ਭਾਜਪਾ ਦੇ ਚੋਣ ਮਨੋਰਥ ਪੱਤਰ ਦੇ ਸਫਾ ਨੰਬਰ 7 ਤੇ ਪੁਆਇੰਟ ਨੰਬਰ 3 ਹੈ। ਉਹਦੇ ਉੱਪਰ ਪੁਆਇੰਟ ਨੰਬਰ 2 ਤੇ ਇੱਕ ਗੱਲ ਹੋਰ ਵੀ ਲਿਖੀ ਹੋਈ ਹੈ ਕਿ ਕਿਸਾਨਾਂ ਦੀਆਂ ਫਸਲਾਂ ਲਈ ਸਾਰੀਆਂ ਅਨਾਜ ਮੰਡੀਆਂ ਤੇ ਸਬਜ਼ੀ ਮੰਡੀਆਂ ਮੰਡੀਆਂ ਵਿੱਚ ਬਦਲ ਦਿੱਤੀਆਂ ਜਾਣਗੀਆਂ। ਦੱਸਣਾ ਬਣਦਾ ਕਿ ਪੱਛਮੀ ਯੂਪੀ ਦੇ ਵਿੱਚ ਭਾਜਪਾ ਦੇ ਆਗੂਆਂ ਨੇ ਘੱਟੋ ਘੱਟ 20 ਦਿਨ, ਕਾਰਕੁਨਾਂ ਨੇ ਘੱਟੋ ਘੱਟ 3 ਹਫ਼ਤੇ ਘਰ ਘਰ ਜਾ ਕੇ ਜ਼ਬਰਦਸਤ ਧੂਆਂਧਾਰ ਪ੍ਰਚਾਰ ਕੀਤਾ ਸੀ। ਕਹਿੰਦੇ ਸੀ ਕਿ ਭਾਜਪਾ ਦੀ ਸਰਕਾਰ ਬਣਾ ਦਿਓ। ਸਰਕਾਰ ਬਣਦੇ ਸਾਰੀ ਆਲੂਆਂ ਤੇ ਪਿਆਜ਼ ਤੇ ਲਸਣ ਤੇ ਜਿਹੜੀ ਖਰੀਦ ਹੋ MSP ਹੋਇਆ ਕਰੂ, ਘੱਟੋ ਘੱਟ ਸਮਰਥਨ ਮੁੱਲ ਹੋਊ। ਪਰ ਸਰਕਾਰ ਨੇ 5 ਸਾਲ ਤਕਰੀਬਨ ਚੱਲ ਚੁੱਕੀ ਹੈ, ਆਪਣੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਤੱਕ ਨਹੀਂ ਕੱਢਿਆ। ਲਸਣ ਤੇ MSP ਮਿਲੂਗੀ, ਕਿਵੇਂ ਮਿਲੂਗੀ, ਕਿਵੇਂ ਤੈਅ ਹੋਏਗੀ, ਕੀ ਫਾਰਮੂਲਾ ਹੋਏਗਾ, ਸਬਜ਼ੀਆਂ ਕਿਵੇਂ ਵਿਕਣਗੀਆਂ, ਕੀ ਫਾਰਮੂਲਾ ਹੋਊਗਾ, ਮੁੜ ਕੇ ਕਦੇ ਇਸ ਬਾਬਤ ਗੱਲ ਵੀ ਨਹੀਂ ਕੀਤੀ। ਮੈਨੀਫੈਸਟੋ ਦੇ ਪੇਜ ਨੰਬਰ 13 ਤੇ ਪੁਆਇੰਟ ਨੰਬਰ 3 ਅਤੇ 4 ਦੇ ਵਿੱਚ ਲਿਖਿਆ ਹੋਇਆ ਹੈ ਕਿ ਕਾਲਜ ਦੇ ਵਿੱਚ ਐਡਮਿਸ਼ਨ ਲੈਂਦੇ ਸਾਰੀ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਲੈਪਟਾਪ ਮੁਫਤ 'ਚ 1 ਸਾਲ ਵਾਸਤੇ
हर महीने लिए 1 GB नैट पैक मुफ्त। धुआंधार प्रचार इहदा भी किया गया। नौजवान तो मुटियारां जिथे नज़र आउंदे सी उत्थे लैपटॉप वाले खड़ के सगूफे छड़ दिते जांदे सी, नैट भी मिलू, लैपटॉप भी मिलू। सरकार बनते सारी ये वादा ठंडे वास्ते च ये भी दसना बनता कि 4 साल बीतण तो बाद 1800 करोड़ रुपए का बजट भी जारी किया गया, पर कहा तो गया सी कि ਜਿਹੜੇ ਕਾਲਜ ਦੇ ਵਿੱਚ ਦਾਖਲਾ ਲਿਆ ਕਰਨਗੇ ਉਹਨਾਂ ਨੂੰ ਲੈਪਟਾਪ ਹਰ ਮਹੀਨੇ 1 GB ਨੈਟ ਪੈਕ। ਪਰ ਚੁਣਿਆ ਕਿਹੜੇ ਵਿਦਿਆਰਥੀਆਂ ਨੂੰ ਗਿਆ 4 ਸਾਲਾਂ ਤੋਂ ਬਾਅਦ? ਜਿਹੜੇ ਡਿਗਰੀ ਦੇ ਫਾਈਨਲ ਈਅਰ ਵਿੱਚ ਹੁੰਦੇ ਸੀ ਉਹਨਾਂ ਨੂੰ। ਪਰ ਇਹਦੇ ਤੋਂ ਵੀ ਹੈਰਾਨੀ ਦੀ ਗੱਲ ਇਹ ਕਿ ਲੈਪਟਾਪ ਵੰਡਣ ਦੀ ਇਸ ਯੋਜਨਾ ਦੇ ਉੱਤੇ 100 ਕਰੋੜ ਤੋਂ ਵੱਧ ਇਸ਼ਤਿਹਾਰਾਂ ਤੇ ਖਰਚ ਕੀਤੇ ਗਏ। ਹੁਣ ਤੀਸਰਾ ਸੰਕਲਪ ਮੈਂ ਮੋਟੇ-ਮੋਟਿਆਂ ਦਾ ਜ਼ਿਕਰ ਕਰਦਾ ਕਿਉਂਕਿ ਸਮਾਂ ਸੀਮਾ ਵੀ ਹੈ ਪ੍ਰੋਗਰਾਮ ਦੀ। तीसरा संकल्प, तीसरा वादा सुरक्षा लिए किया गया सी कि एंटी रोमियो स्क्वाड ये बना दिता जाएगा। चोण मनोरथ पत्र के सफा नंबर 22 ते पॉइंट नंबर 3 कि हर कॉलेज के नेड़े पुलिस थाने विच विद्यार्थियों नाल हो रही जिहड़ियां छेड़खानियां है इहनूं रोकण दे वास्ते एंटी रोमियो टीमां बना दित्तियां जाणगीआं। ये मुद्दा भी भाजपा ने बहुत जोर शोर नाल प्रचारिया। सोशल मीडिया के उत्ते रोजाना ये जुड़ियां पोस्टां उस दिनों के उन्होंने दिनों के नज़र आउंदियां सी। भाजपा सरकार बनी, बनते सार तेजी भी दिखाई गई, तकरीबन सारे जिलों के गठन भी किया गया, पर 1 महीना भी नहीं सी लंघिया कि पार्कों के बैठे जिहड़े आम जोड़े भी हुंदे सी जां कोई सहमति नाल भी बैठा हुंदा सी, पुलिस उन्हां ते विच शद्दत ढाउण लग पई, गंभीर दोष लगन लग पए। स्कूल कॉलेज के सामने कोई विद्यार्थी उधर नूं जा रहा, विद्यार्थी उधर नूं जा रही है, उन्होंने पूछण लग जा कर तुसीं बई किधर मूँह चुक्या है। इन्ने क जलील किए गए, इन्ने क जलील किए गए। RTI राही पुछ लिया गया कि जिहड़ा एंटी रोमियो स्क्वाड है की हाल चाल है भी उहदा। पता लग्या कि 22 मार्च 2017 तो 30 नवंबर 2020 तक कुल 14,454 गिरफ्तारियां हुईयां, जिहदी रोजाना की औसत कढ़ा तो तकरीबन 11 गिरफ्तारियां प्रति दिन बनदियां रहीआं। हुण वो गिरफ्तारियां कीतियां किहदियां कीतियां, जलील क्यों लोग कीते, ये भी वड्डा मुद्दा बन गया। चौथा जिहड़ा वादा सी कि यूपी दे विच उद्योग दे विच 90% नौकरियां यूपी दे नौजवानों के वास्ते राखवीआं होणगीआं, ये भी वादा उस तरीके नाल जोर शोर नाल प्रचारिया गया। केशव मौर्या होरां ने इलाहाबाद दे विच एक मुलाकात दौरान यह भी आख्या सी कि 90 दिनों के भर्ती प्रक्रिया पूरी कर ली जाऊ। प्राइवेट सैक्टर के भी 90% नौकरियां यूपी के नौजवानों वास्ते होणगीआं। हुण 10 जून 2017 नूं यूपी सरकार बनने तो बाद नवीं उद्योगिक नीति भी बनाई गई, उहदे ते चर्चा भी की गई, पर इस संबंध दे विच जिहड़ा आ वादा सी कोई ड्राफ्ट भी नहीं किया गया, कोई नीति नहीं लिआंदी गई। इस तरह चोण मनोरथ पत्र दे विच जिहड़े बाकी वादे भी ने वो किधर ही हवा हो गए। इसे करके बीते कुछ दिनों तो भारतीय जनता पार्टी के कुछ विधायक ते वो उम्मीदवार दोबारा फेर ने, जदों पिंड च जांदे ने पिंड वाले कहंदे तू ही सी ना जिहड़ा 5 साल पहलां आया सी, कहंदा हाँ जी, मुड़ के तां नहीं तू आया, हाँ जां ना च जवाब कोई नहीं, कहंदे साडे पिंड ना ही, वोट तेरी है नहीं। हुण मैं पंजाब दे वोटरां नूं भी अपील करदा, जे तां कोई सचमुच उम्मीदवार नवां ही है, सवाल तां उहनूं भी पुछिओ, पर जे कोई मौजूदा विधायक है जां साबका विधायक है, दोवां नूं पुछिओ जरूर, कटहरे च जरूर खड़ाओ कि तुहाडीआं पार्टियां दे चोण मनोरथ पत्र नाल लैके आए हो। नहीं जी, लैके आयो तो असीं तुहानूं सवाल पुछना है कि चो किहड़े-किहड़े पूरे कीते है। फिर ये भी पुछ लिओ कि आ पंजाब दी जिहड़ी दुर्दशा है इहदे वास्ते तुसीं जिम्मेवार अपने आप नूं मनदे हो, हाँ जां ना च जवाब लै लिओ। जे विधायक है उन्होंने भी, जिहड़ा साबका विधायक होया कोई उन्होंने भी, क्योंकि इस स्थिति इस हालत के वास्ते जिम्मेवार ने, तुहानूं पता लग जू कि जिम्मेवारी लैंदे है। जे जिम्मेवारी लै ली तो पुछ लिओ कि भाई पहली जिम्मेवारी दित्ती तुसीं अमानत च खयानत कीती है, हुण तुसीं डंडी फड़ो। अगली खबर ये भी महत्वपूर्ण है। कल राहुल गांधी पंजाब के दौरे ते आए सी, जलंधर के मिठापुर दे विच उन्होंने वर्चुअल रैली नूं संबोधन किया। स्टेज के उत्ते चरणजीत सिंह चन्नी मुख्यमंत्री पंजाब ते नाल पंजाब प्रदेश कांग्रेस कमेटी के प्रधान नवजोत सिंह सिद्धू। समय तो पहलां दीयां गल्लां कई बारी लोग करते हैं, इस तरह दीयां नवजोत सिंह सिद्धू करिया करते सी,
ਪਰ ਲੱਗਦਾ ਹੈ ਕਿ ਸ਼ਾਇਦ ਉਹਨਾਂ ਨੂੰ ਸਮਾਂ ਬੰਨ੍ਹਣਾ ਆ ਗਿਆ। ਬੀਤੇ ਕਈ ਮਹੀਨਿਆਂ ਤੋਂ ਜੇਕਰ ਦੇਖਿਓ ਆਪਣੇ ਪੰਜਾਬ ਮਾਡਲ ਦਾ ਜ਼ਿਕਰ ਕਰਦੇ ਆ। ਹੁਣ ਰਾਹੁਲ ਗਾਂਧੀ ਹੋਰਾਂ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ, ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦਿਆਂ ਦਾ ਜ਼ਿਕਰ ਕੀਤਾ, ਉਹ ਸਾਰੇ ਦੇ ਸਾਰੇ ਪੰਜਾਬ ਮਾਡਲ ਵਾਲੇ ਸੀ। ਕਿਤੇ ਨਾ ਕਿਤੇ ਲੱਗਦਾ ਕਿ ਰਾਹੁਲ ਗਾਂਧੀ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਅਪਣਾਉਣ ਨੂੰ ਤਿਆਰ ਹੋ ਗਏ ਆ। ਨਵਜੋਤ ਸਿੰਘ ਸਿੱਧੂ ਨੇ ਵੀ 3 ਸਵਾਲ ਰੱਖੇ। ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਸੀਐਮ ਦਾ ਚਿਹਰਾ ਐਲਾਨਿਆ ਜਾਵੇ, ਤੇ ਨਾਲ ਇਹ ਵੀ ਆਖ ਦਿੱਤਾ ਕਿ ਦਰਸ਼ਨੀ ਘੋੜਾ ਮੈਂ ਨਹੀਂ ਜੇ ਬਣਨਾ, ਜ਼ਿੰਮੇਵਾਰੀ ਦਿਓਗੇ ਤੇ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਹਾਂ। ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਮਜਬੂਰੀ ਬਸ ਆਖੀਏ ਸਟੇਜ ਤੋਂ ਕਹਿਣਾ ਪੈ ਗਿਆ ਕਿ ਸਿੱਧੂ ਇੱਧਰ ਆਓ ਬਈ, ਆਪਾਂ ਏਕਾਂ, ਆਓ ਆਪਾਂ ਏਕੇ ਦਾ ਸਬੂਤ ਦਈਏ। ਤੇ ਨਾਲ ਇਹ ਵੀ ਕਹਿਣਾ ਪੈ ਗਿਆ ਕਿ ਸੱਚਮੁੱਚ ਪੰਜਾਬ ਦੇ ਲੋਕ ਚਾਹੁੰਦੇ ਆ, ਕਾਂਗਰਸੀ ਵਰਕਰ ਚਾਹੁੰਦੇ ਆ ਕਿ ਸੀਐਮ ਦਾ ਚਿਹਰਾ ਐਲਾਨਿਆ ਜਾਵੇ। ਰਾਹੁਲ ਗਾਂਧੀ ਜੀ, ਕਾਂਗਰਸ ਨੇ ਤੁਸੀਂ ਮੈਨੂੰ ਬਥੇਰਾ ਦੇ ਦਿੱਤਾ, ਹੁਣ ਮੈਨੂੰ ਹੋਰ ਕਿਸੇ ਅਹੁਦੇ ਦੀ ਲੋੜ ਨਹੀਂ, ਪਰ ਚਿਹਰਾ ਐਲਾਨ ਦਿਓ, ਜਿਹੜਾ ਵੀ ਚਿਹਰਾ ਐਲਾਨ ਦਿਓਗੇ ਉਹ ਮੈਨੂੰ ਮਨਜ਼ੂਰ ਹੋਏਗਾ। ਉਧਰ ਸਿੱਧੂ ਨੇ ਆਖ ਦਿੱਤਾ ਕਿ ਮੈਂ ਦਰਸ਼ਨੀ ਘੋੜਾ ਨਹੀਂ ਬਣਨਾ। ਇਹ ਕਹਿਣ ਦੀ ਦੇਰ ਰਾਹੁਲ ਗਾਂਧੀ ਨੇ ਸਾਰੀਆਂ ਗੱਲਾਂ ਉਹਨਾਂ ਦੇ ਪੰਜਾਬ ਮਾਡਲ ਵਾਲੀਆਂ ਅਪਣਾਉਣ ਵਾਸਤੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ। ਹੁਣ ਲੱਗਦਾ ਹੈ ਕਿ ਸਿੱਧੂ ਤਕਰੀਬਨ ਬਾਜੀ ਮਾਰ ਗਏ ਹੈ। ਤੇ ਦੂਸਰੇ ਪਾਸੇ ਇਹ ਵੀ ਹੈ ਕਿ ਸਿੱਧੂ ਨੇ ਸੰਕੇਤ ਵੀ ਦੇ ਦਿੱਤੇ ਨੇ ਕਿ ਦਰਸ਼ਨੀ ਘੋੜਾ ਨਹੀਂ ਬਣਨਾ, ਕਿ ਪ੍ਰਚਾਰ ਨਹੀਂ ਮੇਰੇ ਤੋਂ ਹੋਣਾ। ਪਰ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਘਰ ਪਏ ਈਡੀ ਦੇ ਛਾਪਿਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਬੈਕ ਫੁੱਟ ਤੇ ਭਾਵੇਂ ਲੈ ਜਾਂਦਾ ਹੈ, ਪਰ ਕੁਝ ਕੁ ਕਾਂਗਰਸ ਦੇ ਵੱਡੇ ਆਗੂ ਨੇ ਉਹ ਹਾਲੇ ਵੀ ਚਰਨਜੀਤ ਸਿੰਘ ਚੰਨੀ ਦੇ ਹੱਕ 'ਚ ਭੁਗਤ ਰਹੇ ਨੇ। ਜਿਸ ਤਰ੍ਹਾਂ ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਆਖਿਆ ਸੀ ਕਿ ਸਰਵੇ ਕਰਵਾਉਂਦੇ ਆ, ਲੋਕਾਂ ਤੋਂ ਪੁੱਛਦੇ ਆ, ਜਿਹਦੇ ਹੱਕ 'ਚ ਜ਼ਿਆਦਾ ਫੋਨ ਕਾਲਜ ਮੈਸੇਜ ਆਏ ਉਹਨੂੰ ਆਪਾਂ ਚਿਹਰਾ ਐਲਾਨ ਦੇਵਾਂਗੇ। ਹਾਲਾਂਕਿ ਕਈ ਲੋਕ ਉਹਨੂੰ ਟਕਵੰਜ ਦੱਸਦੇ ਆ। ਇਸੇ ਤਰ੍ਹਾਂ ਦਾ ਕੰਮ ਰਾਹੁਲ ਗਾਂਧੀ ਕਰ ਗਏ ਹੈ ਕਿ ਲੋਕਾਂ ਤੋਂ ਫੀਡਬੈਕ ਲੈਣੇ ਆ, ਫੀਡਬੈਕ ਲੈ ਕੇ ਫਿਰ ਜੇ ਤੁਸੀਂ ਚਾਹੁੰਦੇ ਹੋ, ਵਰਕਰ ਚਾਹੁੰਦੇ ਆਪਾਂ ਐਲਾਨ ਦੇਵਾਂਗੇ। ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਦਿਨਾਂ ਦੇ ਅੰਦਰ ਅੰਦਰ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਉੱਥੇ ਆਪਣੇ ਆਪ ਨੂੰ ਪੇਸ਼ ਕੀਤਾ ਹੈ, ਉਹ ਤਾਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਬਾਜੀ ਮਾਰ ਗਏ। ਪਰ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਦੀ ਹਮਾਇਤ ਵਿੱਚ ਵੀ ਕੁਝ ਵੱਡੇ ਆਗੂ ਨੇ। ਪਰ ਆਪਾਂ ਨੂੰ ਇਸ ਗੱਲ ਦਾ ਵੀ ਇਲਮ ਹੈ, ਜਦੋਂ ਵੱਡੇ ਲੀਡਰ ਕੋਈ ਜ਼ਿੰਮੇਵਾਰੀ ਚੁੱਕ ਲੈਣ, ਜਿਨ੍ਹਾਂ ਨੇ ਉਹਨਾਂ ਨੂੰ ਐਲਾਨਣਾ ਹੁੰਦਾ ਹੈ, ਉਹਨੂੰ ਐਲਾਨ ਕੇ ਹਟਦੇ ਆ। ਉਹਦੀ ਉਦਾਹਰਨ ਆਪਾਂ ਨਾਲ ਤੁਹਾਨੂੰ ਦਿੰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਨਹੀਂ ਸੀ ਚਾਹੁੰਦੇ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਵੇ, ਪਰ ਆਖਰਕਾਰ ਕਿਸੇ ਦੀ ਨਹੀਂ ਸੀ ਸੁਣੀ, ਸਾਰਿਆਂ ਦੀ ਰਾਏ ਦਰਕਿਨਾਰ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਥਾਪ ਦਿੱਤਾ ਸੀ। ਤੇ ਹੁਣ ਗੱਲ ਕਰਦੇ ਹਾਂ ਬੇਅਦਬੀ ਮਾਮਲੇ ਦੀ। ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਭਾਵ ਸਿੱਟ। ਸਿੱਟ ਦੇ ਵੱਲੋਂ ਬਰਗਾੜੀ ਮਾਮਲੇ ਦੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ। ਉਹਨਾਂ ਸਮੇਤ ਕੁੱਲ 10 ਮੁਲਜ਼ਮਾਂ ਦੇ ਖਿਲਾਫ ਫਰੀਦਕੋਟ ਦੀ ਅਦਾਲਤ ਦੇ ਵਿੱਚ ਇੱਕ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਸ਼ਾਇਦ ਤੁਹਾਨੂੰ ਯਾਦ ਹੋਣਾ ਹੈ ਕਿ ਮਹੀਨਾ ਜੂਨ ਦਾ ਸੀ, ਸਾਲ ਸੀ 2015 ਦਾ। ਜੂਨ ਮਹੀਨੇ 2015 ਦੇ ਵਿੱਚ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ ਜਾਂਦੇ ਆ, ਪਵਿੱਤਰ ਅੰਗ ਪਾੜ ਦਿੱਤੇ ਜਾਂਦੇ ਆ, ਗੁਰਦੁਆਰਾ ਸਾਹਿਬ ਅਤੇ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਖਿਲਾਰ ਦਿੱਤੇ ਜਾਂਦੇ ਆ। ਤੇ ਉਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੇ ਜਾਂਚ ਤੋਂ ਬਾਅਦ ਮੁਕੱਦਮਾ ਨੰਬਰ 63 ਦੇ ਵਿੱਚ ਗ੍ਰਿਫਤਾਰ ਕੀਤੇ ਗਏ ਡੇਰਾ ਪ੍ਰੇਮੀ, ਜਿਨ੍ਹਾਂ ਨੂੰ 6 ਨੂੰ ਜ਼ਮਾਨਤਾਂ ਮਿਲ ਚੁੱਕੀਆਂ ਨੇ। ਉਹਨਾਂ ਤੋਂ ਇਲਾਵਾ ਡੇਰਾ ਮੁਖੀ ਨੂੰ ਵੀ ਨਾਮਜ਼ਦ ਕੀਤਾ ਹੋਇਆ ਕਿ ਮੁੱਖ ਸਾਜ਼ਿਸ਼ ਘੜਤੇ ਉਹ ਸੀ। ਇਹਦੇ ਤੋਂ ਇਲਾਵਾ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ 3 ਮੈਂਬਰ ਨੇ। ਉਹਨਾਂ 'ਚ ਇੱਕ ਹਰਸ਼ ਧੂਰੀ ਹੈ, ਇੱਕ ਪ੍ਰਦੀਪ ਕਲੇਰ ਹੈ, ਇੱਕ ਸੰਦੀਪ ਬਰੇਟਾ ਹੈ। ਇਹ ਤਿੰਨੇ ਹਾਲੇ ਤੱਕ ਪੁਲਿਸ ਦੇ ਹੱਥ ਨਹੀਂ ਲੱਗ ਸਕੇ ਤੇ ਇਹ ਭਗੌੜੇ ਐਲਾਨੇ ਹੋਏ ਹੈ। ਤੇ ਇਹਨਾਂ ਨੂੰ ਭਗੌੜੇ ਐਲਾਨਣ ਤੋਂ ਬਾਅਦ ਐਸਐਸਪੀ ਦੇ ਵੱਲੋਂ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ। ਜਦ ਕਿ ਇੱਕ ਦੋਸ਼ੀ ਮਹਿੰਦਰਪਾਲ ਬਿੱਟੂ ਦੀ 22 ਜੂਨ 2019 ਨੂੰ ਨਾਭਾ ਜੇਲ੍ਹ ਦੇ ਵਿੱਚ ਮੌਤ ਹੋ ਗਈ ਸੀ। ਸਿੱਟ ਦੇ ਵੱਲੋਂ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਗਿਆ। ਫਰੀਦਕੋਟ ਅਦਾਲਤ ਦੇ ਵਿੱਚ ਹੁਣ ਇਸ ਮਾਮਲੇ ਤੇ ਸੁਣਵਾਈ 7 ਫਰਵਰੀ ਨੂੰ ਕੀਤੀ ਜਾਣੀ ਹੈ। ਵੇਖਦੇ ਹਾਂ ਕਿ 7 ਫਰਵਰੀ ਦੀ ਸੁਣਵਾਈ ਦੇ ਵਿੱਚ ਕੀ ਕੁਝ ਨਿਕਲਦਾ ਹੈ। ਪਰ ਬੀਤੇ ਦਿਨੀ ਕਈ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਪੁੱਛ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਤੇ ਬਣਦੀ ਹੈ, ਪਰ ਮਾਨਯੋਗ ਅਦਾਲਤ ਨੇ ਰੋਕ ਲਾਈ ਹੋਈ ਹੈ ਕਿ ਫਰੀਦਕੋਟ ਅਦਾਲਤ ਦੇ ਵਿੱਚ ਪੇਸ਼ੀ ਤੇ ਲਿਆ ਕੇ ਡੇਰਾ ਮੁਖੀ ਨੂੰ ਉਹਨਾਂ ਤੋਂ ਪੁੱਛਗਿੱਛ ਕੀਤੀ ਨਹੀਂ ਜਾ ਸਕਦੀ, ਪੇਸ਼ ਕੀਤਾ ਨਹੀਂ ਜਾ ਸਕਦਾ। ਜੇਕਰ ਸਿੱਟ ਨੇ ਕੋਈ ਪੁੱਛਗਿੱਛ ਕਰਨੀ ਹੈ ਤਾਂ ਉਹ ਸੁਨਾਰੀਆ ਜੇਲ੍ਹ ਵਿੱਚ ਜਾਵੇ।
ਸੁਨਾਰੀਆ ਜੇਲ੍ਹ ਵਿੱਚ ਸਿੱਟ ਟੀਮ ਕਈ ਗੇੜੇ ਲਾ ਆਈ ਹੈ, ਪਰ ਸਿੱਟ ਕਹਿੰਦੀ ਹੈ ਕਿ ਸਾਨੂੰ ਡੇਰਾ ਮੁਖੀ ਸਹੀ ਤਰੀਕੇ ਨਾਲ, ਸੁਚੱਜੇ ਤਰੀਕੇ ਨਾਲ ਜਵਾਬ ਦਿੰਦਾ ਨਹੀਂ। ਅਗਲੀ ਖਬਰ, ਕਿਉਂਕਿ ਇਹ ਵੀ ਹਾਈ ਕੋਰਟ ਅਦਾਲਤੀ ਘਟਨਾਕ੍ਰਮ ਦੇ ਨਾਲ ਜੁੜੀ ਖਬਰ ਹੈ। ਕਾਂਗਰਸ ਦੇ ਸੀਨੀਅਰ ਆਗੂ ਨੇ ਜਿਹੜੇ ਕਿਸੇ ਵੇਲੇ ਆਮ ਆਦਮੀ ਪਾਰਟੀ ਵਿੱਚ ਸੀ, 2017 ਚ ਉਹਨਾਂ ਦੀ ਟਿਕਟ ਤੋਂ ਜਿੱਤੇ, ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਆਪਣੀ ਪਾਰਟੀ ਬਣਾਈ। ਕਹਿੰਦੇ ਸੀ ਕਿ ਪੰਜਾਬ ਦੀ ਗੱਲ ਪੰਜਾਬ ਦੇ ਲੋਕ ਆਪ ਕਰਿਆ ਕਰਨਗੇ, ਫੈਸਲੇ ਆਪ ਲਿਆ ਕਰਨਗੇ, ਪਰ ਪੰਜਾਬ ਦੇ ਲੋਕਾਂ ਨੂੰ ਸੁਖਪਾਲ ਖਹਿਰਾ ਦੀ ਸ਼ਾਇਦ ਇਹ ਗੱਲ ਸਮਝ ਨਾ ਆਈ ਜਾਂ ਉਹ ਸਮਝਾ ਨਾ ਸਕੇ। ਆਖਰਕਾਰ ਅੱਕ ਚੱਬਿਆ, ਦੁਬਾਰਾ ਉਸੇ ਪਾਰਟੀ ਵਿੱਚ ਗਏ ਜਿੱਥੋਂ ਆਏ ਸੀ, ਭਾਵ ਕਾਂਗਰਸ ਪਾਰਟੀ ਵਿੱਚ ਚਲੇ ਗਏ। ਹੁਣ ਉਹ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਬਰ ਮਿਲ ਰਹੀ ਹੈ ਕਿ ਉਹਨੂੰ ਵੱਡੀ ਰਾਹਤ ਦੇ ਦਿੱਤੀ ਹੈ। ਮਾਨਯੋਗ ਅਦਾਲਤ ਦੇ ਵੱਲੋਂ ਈਡੀ ਨੇ ਜਿਹੜਾ ਉਹਨਾਂ ਤੇ ਮਨੀ ਲਾਂਡਰਿੰਗ ਦਾ ਕੇਸ ਪਾਇਆ ਸੀ, ਗ੍ਰਿਫਤਾਰ ਕਰ ਲਿਆ ਸੀ, ਉਹਦੇ ਵਿੱਚ ਸੁਖਪਾਲ ਖਹਿਰਾ ਨੂੰ ਪੱਕੀ ਜ਼ਮਾਨਤ ਦੇ ਦਿੱਤੀ ਹੈ। ਦੋਹਰੀ ਉਹਨਾਂ ਨੂੰ ਰਾਹਤ ਆਖੀ ਜਾ ਸਕਦੀ ਹੈ। ਇਹਦੇ ਤੋਂ ਪਹਿਲਾਂ ਮੋਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਨੇ ਵੀ ਕੱਲ ਦੁਪਹਿਰ ਵਕਤ ਉਹਨਾਂ ਨੂੰ 31 ਜਨਵਰੀ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਵਾਸਤੇ ਆਗਿਆ ਦੇ ਦਿੱਤੀ ਸੀ, ਕਿਉਂਕਿ ਹਾਈ ਕੋਰਟ ਨੇ ਉਹਨਾਂ ਦੀ ਆਹ ਜਿਹੜੀ ਜ਼ਮਾਨਤ ਹੈ, ਮੈਂ ਫਿਰ ਦੱਸ ਦਿਆਂ, ਪੱਕੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਕਿਉਂਕਿ ਸੁਖਪਾਲ ਖਹਿਰਾ ਨਿਆਇਕ ਹਿਰਾਸਤ ਵਿੱਚ ਚੱਲ ਰਹੇ ਸੀ, ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਸੀ। ਹਾਈ ਕੋਰਟ ਨੇ ਖਹਿਰਾ ਦੀ ਜ਼ਮਾਨਤ ਮਨਜ਼ੂਰ ਕਰਦਿਆਂ ਸੁਖਪਾਲ ਖਹਿਰਾ ਨੂੰ ਤੁਰੰਤ ਜੇਲ੍ਹ ਦੇ ਵਿੱਚੋਂ ਰਿਹਾ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ। ਜਾਣਕਾਰੀ ਇਹ ਮਿਲੀ ਹੈ ਕਿ ਸੁਖਪਾਲ ਖਹਿਰਾ ਦੇ ਵਕੀਲਾਂ ਨੇ ਸੁਖਪਾਲ ਖਹਿਰਾ ਨੂੰ ਬੇਕਸੂਰ ਦੱਸਿਆ, ਈਡੀ ਦੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਉਹਨਾਂ ਆਖਿਆ ਕਿ ਖਹਿਰਾ ਨੂੰ ਜਾਣਬੁੱਝ ਕੇ ਇੱਕ ਸਾਜ਼ਿਸ਼ ਦੇ ਤਹਿਤ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ। ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰਕੇ ਉਹਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਈਡੀ ਦੇ ਵਕੀਲਾਂ ਨੇ ਫਿਰ ਤੋਂ ਖਹਿਰਾ ਦੀ ਜ਼ਮਾਨਤ ਅਰਜ਼ੀ ਰੱਦ ਕਰਨ ਦੀ ਮੰਗ ਕੀਤੀ ਸੀ। ਸੁਖਪਾਲ ਖਹਿਰਾ ਦੇ ਵਿਰੁੱਧ ਉਹ ਕਹਿੰਦੇ ਤੱਥਾਂ ਦੇ ਆਧਾਰ ਤੇ ਅਸੀਂ ਪਰਚਾ ਦਰਜ ਕੀਤਾ, ਇਸੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ਮਾਨਯੋਗ ਅਦਾਲਤ ਨੇ ਦੋਵਾਂ ਤਰ੍ਹਾਂ ਦੀਆਂ ਦਲੀਲਾਂ ਸੁਣੀਆਂ। ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵੱਖ-ਵੱਖ ਪਹਿਲੂਆਂ ਦੇ ਉੱਤੇ ਗੌਰ ਕੀਤਾ ਤੇ ਫਿਰ ਸੁਖਪਾਲ ਖਹਿਰਾ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ। ਦੱਸਣਾ ਬਣਦਾ ਕਿ ਸੁਖਪਾਲ ਖਹਿਰਾ ਭੁਲੱਥ ਤੋਂ ਇਸ ਵਕਤ ਕਾਂਗਰਸ ਪਾਰਟੀ ਦੀ ਟਿਕਟ ਤੋਂ ਉਮੀਦਵਾਰ ਨੇ, ਚੋਣ ਲੜ ਰਹੇ ਨੇ, ਤੇ ਉਹਨਾਂ ਦਾ ਨਾਮ ਜਿਹੜੀ ਪਹਿਲੇ 86 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ ਕਾਂਗਰਸ ਨੇ, ਉਹਦੇ ਵਿੱਚ ਹੀ ਸੀ। ਇਹ ਵੀ ਯਾਦ ਕਰਵਾ ਦਿਆਂ ਕਿ ਸੁਖਪਾਲ ਖਹਿਰਾ ਨੂੰ ਬੀਤੇ ਵਰੇ 11 ਨਵੰਬਰ ਨੂੰ ਇੱਕ ਮਾਮਲੇ ਦੇ ਵਿੱਚ ਪੁੱਛਗਿੱਛ ਵਾਸਤੇ ਈਡੀ ਨੇ ਆਪਣਾ ਦਫ਼ਤਰ ਜਿਹੜਾ ਸੈਕਟਰ 18 ਦੇ ਵਿੱਚ ਆ ਉੱਥੇ ਸੱਦਿਆ ਸੀ। ਮੁੱਢਲੀ ਪੁੱਛਗਿੱਛ ਦੇ ਦੌਰਾਨ ਹੀ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਸੀ। ਪਹਿਲਾਂ ਹੇਠਲੀ ਅਦਾਲਤ ਨੇ ਤੇ ਫਿਰ ਉੱਪਰਲੀ ਅਦਾਲਤ ਦੇ ਵਿੱਚ ਫੈਸਲਾ ਰਾਖਵਾਂ ਰੱਖਿਆ ਹੋਇਆ ਸੀ। ਪਹਿਲਾਂ ਹੇਠਲੀ ਅਦਾਲਤ ਨੇ ਉਹਨਾਂ ਨੂੰ ਝਟਕਾ ਦੇ ਦਿੱਤਾ, ਜ਼ਮਾਨਤ ਮਨਜ਼ੂਰ ਨਹੀਂ ਸੀ ਕੀਤੀ। ਤੇ ਈਡੀ ਦੇ ਵੱਲੋਂ ਸਾਲ 2015 ਦੇ ਵਿੱਚ ਫਾਜ਼ਿਲਕਾ ਦੇ ਵਿੱਚ ਇੱਕ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਉਸ ਮਾਮਲੇ ਦੇ ਵਿੱਚ ਪੁੱਛਗਿੱਛ ਸੀ। ਵੱਖ-ਵੱਖ ਮੁਲਕਾਂ ਦੇ ਵਿੱਚੋਂ ਕੁਝ ਵਿਦੇਸ਼ੀ ਫੰਡ ਸੀ, ਵੱਡੀ ਮਾਤਰਾ ਦੇ ਵਿੱਚ ਕਹਿੰਦੇ ਪੈਸਾ ਇਕੱਠਾ ਕਰਕੇ ਲਿਆਂਦਾ, ਉਹ ਗੰਭੀਰ ਦੋਸ਼ ਨੇ। ਜਦੋਂ ਕਿ ਸੁਖਪਾਲ ਖਹਿਰਾ ਕਹਿੰਦੇ ਆ ਇਹ ਬੇਦੋਸ਼ ਮੈਨੂੰ ਫਸਾਇਆ ਜਾ ਰਿਹਾ, ਮੈਂ ਬੇਕਸੂਰ ਹਾਂ। ਸੁਖਪਾਲ ਖਹਿਰਾ ਦਾ ਪਰਿਵਾਰ ਵੀ ਉਹਨਾਂ ਨੂੰ ਬੇਕਸੂਰ ਦੱਸ ਰਿਹਾ ਹੈ। ਸੁਖਪਾਲ ਖਹਿਰਾ ਦੀ ਹੁਣ ਪੱਕੀ ਜ਼ਮਾਨਤ ਹੋ ਗਈ ਹੈ। ਉਹਨਾਂ ਦਾ ਹਲਕਾ ਭੁਲੱਥ ਦੇ ਵਿੱਚ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੀ ਆਗੂ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਹੋਣਾ। ਹੁਣ ਵੇਖਣਾ ਹੋਏਗਾ ਕਿ ਇਸ ਮੁਕਾਬਲੇ ਦੇ ਵਿੱਚ ਕਿਹੜਾ ਬਾਜ਼ੀ ਮਾਰਦਾ ਹੈ। ਪਰ ਸੱਚਮੁੱਚ ਹਲਕਾ ਭੁਲੱਥ ਦੇ ਉੱਤੇ ਵੀ ਹੁਣ ਲੋਕਾਂ ਦੀਆਂ ਨਜ਼ਰਾਂ ਟਿਕਣਗੀਆਂ। ਦੂਸਰੇ ਪਾਸੇ ਕੱਲ ਆਪਾਂ ਜ਼ਿਕਰ ਕੀਤਾ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਹਲਕੇ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਵੱਲੋਂ ਉਤਾਰਨ ਤੋਂ ਬਾਅਦ ਉਸ ਸੀਟ ਨੂੰ ਹੌਟ ਸੀਟ ਮੰਨਿਆ ਜਾਣ ਲੱਗ ਪਿਆ, ਕਿਉਂਕਿ ਹੁਣ ਦਿਲਚਸਪੀ ਲੋਕਾਂ ਦੀ ਵੱਧ ਗਈ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦੀ ਜੀਵਨਜੋਤ ਕੌਰ ਵੀ ਉੱਥੋਂ ਇੱਕ ਵਧੀਆ ਆਗੂ ਮੰਨੇ ਜਾ ਰਹੇ ਨੇ, ਪਰ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਜਦੋਂ ਉੱਥੇ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਤੇ ਲੱਗਦਾ ਸੀ ਕਿ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਆ। ਦੇਖੋ ਕਿਹੜਾ ਵੱਡਾ ਆਗੂ ਧੜਮ ਕਰਕੇ ਡਿੱਗਦਾ ਹੈ। ਹੁਣ ਭਾਰਤੀ ਜਨਤਾ ਪਾਰਟੀ ਨੇ ਉੱਥੇ ਇੱਕ ਹੋਰ ਨਵਾਂ ਪੱਤਾ ਖੇਡ ਦਿੱਤਾ। ਉਹਨਾਂ ਨੇ ਇਸੇ ਹੀ ਹਲਕੇ ਤੋਂ ਸਾਬਕਾ IAS ਡਾਕਟਰ ਜਗਮੋਹਨ ਸਿੰਘ ਰਾਜੂ ਨੂੰ ਉਮੀਦਵਾਰ ਐਲਾਨਿਆ। ਇਹ ਸਾਬਕਾ ਵੀ ਤਾਜ਼ੇ ਹੋਏ ਨੇ। ਦੱਸਣਾ ਬਣਦਾ ਕਿ 2 ਦਿਨ ਪਹਿਲਾਂ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਮੰਗਲਵਾਰ ਵਾਲੇ ਦਿਨ ਉਹ ਆਪਣਾ ਅਸਤੀਫਾ ਪੇਸ਼ ਕਰਦੇ ਆ ਅਤੇ ਉਹ ਤੋਂ 1 ਦਿਨ ਵਿਚਾਲੇ ਪੈਂਦਾ ਹੈ ਤੇ ਅਸਤੀਫਾ ਪ੍ਰਵਾਨ ਕਰ ਲਿਆ ਜਾਂਦਾ ਹੈ।
ਦੱਸਣਾ ਬਣਦਾ ਹੈ ਕਿ ਤਾਮਿਲਨਾਡੂ ਦੇ ਐਡੀਸ਼ਨਲ ਚੀਫ ਸੈਕਟਰੀ ਡਾਕਟਰ ਜਗਮੋਹਨ ਸਿੰਘ ਰਾਜੂ ਨੇ ਮੰਗਲਵਾਰ ਨੂੰ ਅਸਤੀਫਾ ਦਿੱਤਾ। ਉੱਥੋਂ ਦੇ ਮੁੱਖ ਮੰਤਰੀ MK ਸਟਾਲਿਨ ਨੂੰ ਵੀਰਵਾਰ ਦੀ ਸਵੇਰ ਹੋਈ, ਉਹਨਾਂ ਦੇ ਅਸਤੀਫੇ ਨੂੰ ਕੇਂਦਰ ਸਰਕਾਰ ਨੇ ਪ੍ਰਵਾਨ ਕਰ ਲਿਆ। ਜਿਉਂ ਹੀ ਉਧਰ ਅਸਤੀਫੇ ਨੂੰ ਹਰੀ ਝੰਡੀ ਮਿਲੀ ਤੇ ਇੱਧਰ ਭਾਰਤੀ ਜਨਤਾ ਪਾਰਟੀ ਨੇ ਆਪਣੀ ਤੀਸਰੀ ਉਮੀਦਵਾਰਾਂ ਦੀ ਸੂਚੀ ਸਾਹਮਣੇ ਲਿਆਂਦੀ ਤੇ ਉਹਦੇ ਵਿੱਚ ਸਥਾਨ ਦਿੱਤਾ ਅੰਮ੍ਰਿਤਸਰ ਈਸਟ ਤੋਂ ਚੋਣ ਲੜਨ ਵਾਸਤੇ ਡਾਕਟਰ ਰਾਜੂ ਨੂੰ, ਜਿੱਥੇ ਪਹਿਲਾਂ ਹੀ ਵੱਡੇ ਚਿਹਰਿਆਂ ਦੇ ਕਾਰਨ ਰਾਜਨੀਤੀ ਗਰਮਾਈ ਹੋਈ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਵਕਤ ਉਹ ਐਡੀਸ਼ਨਲ ਚੀਫ ਸੈਕਟਰੀ ਦੇ ਅਹੁਦੇ ਤੇ ਤਾਮਿਲਨਾਡੂ ਦੇ ਵਿੱਚ ਕੰਮ ਕਰਦੇ ਸੀ, ਕਿ ਸੱਚਮੁੱਚ ਉਹ ਇੱਕ ਵਫਾਦਾਰੀ ਨਾਲ ਕੰਮ ਕਰਦੇ ਹੋਣਗੇ, ਲੋਕ ਭਲਾਈ ਲਈ ਕੰਮ ਕਰਦੇ ਹੋਣਗੇ, ਜਾਂ ਭਾਰਤੀ ਜਨਤਾ ਪਾਰਟੀ ਦਾ ਹੱਥ ਠੋਕਾ ਜਾਂ ਕਾਰਕੁਨ ਬਣ ਕੇ ਕੰਮ ਕਰਦੇ ਹੋਣਗੇ। ਬੀਤੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਉਦਾਹਰਨਾਂ ਮਿਲਦੀਆਂ ਰਹੀਆਂ ਨੇ, ਉਹ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ। ਮੈਂ ਬੜੀ ਵਾਰੀ ਇਹ ਸਵਾਲ ਚੁੱਕਿਆ, ਮੁੱਦਾ ਚੁੱਕਿਆ ਕਿ ਭਾਵੇਂ ਕੋਈ IAS ਮੌਜੂਦਾ ਹੋਵੇ, ਭਾਵੇਂ ਕੋਈ ਸਾਬਕਾ ਹੋ ਜੇ, IPS ਆਫੀਸਰ ਹੋਵੇ, ਕੋਈ ਜੱਜ ਹੋਵੇ, ਕੋਈ ਵੱਡੇ ਅਹੁਦੇ ਤੇ ਬਿਰਾਜਮਾਨ ਵਿਅਕਤੀ ਹੋਵੇ, ਘੱਟੋ ਘੱਟ ਇਸ ਤਰ੍ਹਾਂ ਦੀ ਮੱਦ ਹੋਣੀ ਲਾਜ਼ਮੀ ਆ, ਪਾਬੰਦੀ ਹੋਣੀ ਲਾਜ਼ਮੀ ਹੈ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ, ਰਿਟਾਇਰਡ ਜਾਂ ਸੇਵਾ ਮੁਕਤ ਹੋਣ ਤੋਂ ਬਾਅਦ ਘੱਟੋ ਘੱਟ 5 ਸਾਲ ਹੋਵੇ, 3 ਸਾਲ ਹੋਵੇ, 4 ਸਾਲ ਹੋਣ, 7 ਸਾਲ ਹੋਣ ਕਿ ਚੋਣ ਨਹੀਂ ਲੜ ਸਕਦਾ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਪੜ੍ਹੇ ਲਿਖੇ ਬੰਦੇ ਰਾਜਨੀਤੀ ਵਿੱਚ ਆਉਣੇ ਨਹੀਂ ਚਾਹੀਦੇ, ਪਰ ਤੁਸੀਂ ਅੱਜ ਅਸਤੀਫਾ ਦਿੰਦੇ ਹੋ, ਅਗਲੀ ਸਵੇਰ ਤੁਹਾਨੂੰ ਇੱਕ ਪਾਰਟੀ ਉਮੀਦਵਾਰ ਐਲਾਨ ਦਿੰਦੀ ਹੈ, ਸੁਪਰੀਮ ਕੋਰਟ ਦੇ ਮੁੱਖ ਜੱਜ ਸੇਵਾ ਮੁਕਤ ਹੁੰਦੇ ਨੇ ਤੇ ਤੁਹਾਨੂੰ ਰਾਜ ਸਭਾ ਦੀ ਮੈਂਬਰੀ ਦੇ ਦਿੱਤੀ ਜਾਂਦੀ ਹੈ। ਮੈਂ ਫਿਰ ਕਹਿੰਦਾ ਕਿ ਇਹ ਬੰਦੇ ਸੱਚਮੁੱਚ ਉਹਨਾਂ ਥਾਵਾਂ ਤੇ ਹੋਣੇ ਚਾਹੀਦੇ ਆ, ਪਰ ਜਦੋਂ ਉਹ ਅਹੁਦੇ ਤੇ ਹੋਣਗੇ ਇਹਦਾ ਮਤਲਬ ਕਿਤੇ ਉਸ ਪਾਰਟੀ ਵੱਲੋਂ ਹੱਥ ਤਾਂ ਨਹੀਂ ਝਾੜਦੇ ਹੋਣਗੇ। ਇਹ ਬਹੁਤ ਵੱਡਾ ਸਵਾਲ ਹੈ। ਹੁਣ ਆਹ ਜਿਹੜੀ ਖਬਰ ਹੈ, ਸ਼ਾਇਦ ਲੀਡਰਾਂ ਦੇ ਰੰਗ ਦੇਖ ਕੇ ਗਿਰਗਿਟ ਮਰ ਗਈ ਹੋਣੀ ਆ, ਖੁਦਕੁਸ਼ੀ ਕਰ ਗਈ ਹੋਣੀ ਹੈ, ਕਿਉਂਕਿ ਲੀਡਰ ਤਾਂ ਸਾਡੇ ਗਿਰਗਿਟ ਨੂੰ ਵੀ ਮਾਤ ਪਾ ਰਹੇ ਨੇ। ਪੰਜਾਬ ਦੀਆਂ ਵਿਧਾਨ ਸਭਾ ਛੜੱਪੇ ਮਾਰਦੀਆਂ ਆ ਰਹੀਆਂ ਨੇ, ਚੋਣਾਂ ਨੇੜੇ ਆ ਰਹੀਆਂ ਨੇ, ਰਾਜਨੀਤੀ ਵਿੱਚ ਵੀ ਨਾਲ ਦੀ ਨਾਲ ਨਵੇਂ-ਨਵੇਂ ਰੰਗ ਦੇਖਣ ਨੂੰ ਮਿਲ ਰਹੇ ਨੇ। ਦਿਲਚਸਪ ਮਾਮਲਾ ਤੁਹਾਡੇ ਨਾਲ ਸਾਂਝਾ ਕਰਨਾ ਹੈ ਰਾਜਪੁਰਾ ਦਾ। ਲੋਕ ਭਲਾਈ ਟਰਸਟ ਦੇ ਮੁਖੀ ਸਮਾਜ ਸੇਵੀ ਜਗਦੀਸ਼ ਕੁਮਾਰ ਜੱਗਾ ਹਾਲੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਨੂੰ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਆ। ਦੇ ਕੈਪਟਨ ਅਮਰਿੰਦਰ ਸਿੰਘ ਖੁਦ ਸਿਸਵਾ ਵਾਲੇ ਫਾਰਮ ਚੋਂ ਤੁਰਦੇ ਆ, ਰਾਜਪੁਰੇ ਪਹੁੰਚਦੇ ਆ ਤੇ ਆਪ ਉਹਨਾਂ ਨੂੰ ਪਾਰਟੀ ਵਿੱਚ ਜਾ ਕੇ ਸ਼ਾਮਲ ਕਰਦੇ ਆ। ਪਰ ਬੁੱਧਵਾਰ ਦੀ ਸ਼ਾਮ ਨੂੰ ਅਚਾਨਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਛੱਡਦੇ ਆ ਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੁੰਦੇ ਆ। ਭਾਜਪਾ ਦੇ ਜਿਹੜੇ ਪੰਜਾਬ ਇੰਚਾਰਜ ਲਾਏ ਹੋਏ ਨੇ ਤੇ ਕੇਂਦਰੀ ਮੰਤਰੀ ਵੀ ਨੇ ਗਜਿੰਦਰ ਸ਼ੇਖਾਵਤ, ਉਹ ਖੁਦ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਦੇ ਆ ਤੇ ਨਾਲ ਹੀ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਰਾਜਪੁਰੇ ਤੋਂ ਆਪਣਾ ਉਮੀਦਵਾਰ ਐਲਾਨ ਦਿੰਦੀ ਹੈ। ਇੱਥੇ ਇਹ ਗੱਲ ਮੈਂ ਉਚੇਚੇ ਤੌਰ ਤੇ ਇਸ ਕਰਕੇ ਦੱਸ ਰਿਹਾ ਕਿ ਜੱਗਾ ਹਾਲੇ ਕੁਝ ਮਹੀਨੇ ਪਹਿਲਾਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਚੁੱਕਿਆ ਸੀ। ਹਾਲਾਂਕਿ ਕਾਂਗਰਸ ਦੇ ਵੱਲੋਂ ਉਹਨੂੰ ਟਿਕਟ ਮਿਲਣ ਦੇ ਕੋਈ ਆਸਾਰ ਨਹੀਂ ਸੀ, ਪਰ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਇੱਥੋਂ ਤੱਕ ਆਖ ਦਿੱਤਾ ਸੀ ਕਿ ਉਹ ਭਾਵੇਂ ਜੇ ਚਾਹੁੰਦੇ ਆ ਤਾਂ ਸਰਵੇ ਕਰਵਾ ਲੈਣ, ਮੌਜੂਦਾ ਵਿਧਾਇਕ ਤੋਂ ਜ਼ਿਆਦਾ ਲੋਕ ਉਹਨਾਂ ਦੇ ਹੱਕ 'ਚ ਭੁਗਤਣਗੇ। ਇਹਦੇ ਬਾਵਜੂਦ ਵੀ ਕਾਂਗਰਸ ਨੇ ਜਦੋਂ ਪਹਿਲੀ ਸੂਚੀ ਪੇਸ਼ ਕੀਤੀ ਤਾਂ ਰਾਜਪੁਰਾ ਦੇ ਮੌਜੂਦਾ ਵਿਧਾਇਕ ਹਰਦਿਆਲ ਕੰਬੋਜ ਨੂੰ ਫਿਰ ਤੋਂ ਟਿਕਟ ਦੇ ਦਿੱਤੀ। ਉਹਨਾਂ ਤੇ ਭਰੋਸਾ ਵਿਸ਼ਵਾਸ ਪ੍ਰਗਟਾ ਲਿਆ। ਉਹਨਾਂ ਨੇ ਕਾਂਗਰਸ ਛੱਡੀ, ਕਾਂਗਰਸ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਜੁਆਇਨ ਕਰ ਲਈ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ। ਇਹ ਮਾਮਲਾ ਦਿਲਚਸਪ ਕਿਉਂ ਹੈ? ਇਸ ਕਰਕੇ ਵੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਪੰਜਾਬ 'ਚ ਚੋਣ ਲੜ ਰਹੇ ਨੇ। ਕੁੱਲ ਮਿਲਾ ਕੇ ਆਖਿਆ ਜਾ ਸਕਦਾ ਹੈ ਕਿ 1 ਮਹੀਨੇ ਦੇ ਅੰਦਰ ਅੰਦਰ ਕਾਂਗਰਸ ਉਹ ਛੱਡ, ਪੰਜਾਬ ਲੋਕ ਕਾਂਗਰਸ ਉਹ ਛੱਡ, ਹੁਣ ਭਾਰਤੀ ਜਨਤਾ ਪਾਰਟੀ 1 ਮਹੀਨੇ ਦੇ ਵਿੱਚ 3 ਪਾਰਟੀਆਂ ਬਦਲ ਲਈਆਂ ਨੇ। ਅਰੇ ਕੋਈ ਪਹਿਲਾ ਮਾਮਲਾ ਨਹੀਂ। ਬੀਤੇ ਪ੍ਰੋਗਰਾਮਾਂ ਦੇ ਵਿੱਚ ਕਿਹੜਾ ਕਿੱਧਰੋਂ ਆਇਆ ਹੈ ਉਹਦਾ ਜ਼ਿਕਰ ਕਰਦੇ ਰਹੇ ਆਸ਼ੂ ਬਾਂਗੜ, ਜਿਨ੍ਹਾਂ ਨੂੰ ਹੁਣ ਟਿਕਟ ਵੀ ਦੇ ਦਿੱਤੀ ਹੈ। ਸਤਕਾਰ ਕੌਰ ਗਹਿਰੀ ਦੀ ਟਿਕਟ ਕੱਟ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਵੱਡੇ ਕਾਰਕੁਨ ਕਹਾਉਂਦੇ ਸੀ, ਆਮ ਆਦਮੀ ਪਾਰਟੀ ਦੀ ਟਿਕਟ ਵੀ ਮਿਲੀ ਹੋਈ ਸੀ, ਟਿਕਟ ਵੀ ਪਤੰਦਰ ਮੋੜ ਕੇ ਨਹੀਂ ਸੀ ਗਏ। ਕਾਂਗਰਸ ਪਾਰਟੀ ਜੁਆਇਨ ਕਰ ਲੈਂਦੇ ਨੇ ਤੇ ਹੁਣ ਕਾਂਗਰਸ ਉਹਨਾਂ ਨੂੰ ਉਮੀਦਵਾਰ ਐਲਾਨ ਦਿੰਦੀ ਹੈ। ਸਵਾਲ ਇਹ ਹੈ ਕਿ ਜਿਹੜੇ ਪੁਰਾਣੇ ਬੰਦੇ ਵਰਕਰ ਕੰਮ ਕਰਦੇ ਹੋਣਗੇ, ਹੁਣ ਭਾਰਤੀ ਜਨਤਾ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਨੇ। ਹਾਲਾਂਕਿ ਸਭ ਤੋਂ ਵੱਡਾ ਚਿਹਰਾ ਰਾਜਪੁਰੇ ਤੋਂ ਸੀ ਹਰਜੀਤ ਗਰੇਵਾਲ, ਹੁਣ ਉਹਨੂੰ ਵਿਚਾਰੇ ਨੂੰ ਪੁੱਛਿਆ ਜਾਣੀਏ, ਉਹ ਤਾਂ ਕਹਿੰਦਾ ਸੀ ਮੈਂ CM ਦਾ ਚਿਹਰਾ।
ਹਰਜੀਤ ਗਰੇਵਾਲ ਨਾਲ ਜਿਹੜੀ ਹੋਈ ਆ ਖੇਤ ਪਈ ਗਧੇ ਨਾਲ ਨਾ ਹੋਵੇ। ਇੱਕ ਦਿਨ ਪਹਿਲਾਂ ਬੰਦਾ ਪਾਰਟੀ ਚਾਹੁੰਦਾ, ਉਹਨੂੰ ਟਿਕਟ ਮਿਲਦੀ ਹੈ ਤੇ ਉਹ ਸਾਰੇ ਜੱਗ ਜਹਾਨ ਦੀਆਂ ਗਾਲਾਂ ਖਾਂਦਾ ਹੈ, ਉਹਨੂੰ ਟਿਕਟ ਨਹੀਂ ਦਿੱਤੀ ਗਈ। ਸ਼ਾਇਦ ਉਹ ਕਹਿੰਦੇ ਮੇਰੇ ਵਾਸਤੇ ਪਾਰਟੀ ਕੁਝ ਵੱਡਾ ਸੋਚਦੀ ਹੈ। ਅਗਲਾ ਬਹੁਤ ਮਹੱਤਵਪੂਰਨ ਆਪਾਂ ਵਾਕਿਆ ਆਖ ਸਕਦੇ ਹਾਂ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਮੈਂ ਸਮੇਂ-ਸਮੇਂ ਤੇ ਤੁਹਾਨੂੰ ਬੇਨਤੀ ਕਰਦਾ ਰਹਿਣਾ, ਪਾਰਟੀ ਕਿਸੇ ਦੇ ਵੀ ਸਮਰਥਕ ਬਣੋ, ਕਿਸੇ ਵੀ ਪਾਰਟੀ ਨੂੰ ਵੋਟ ਪਾਓ ਜਾਂ ਪਾਉਣ ਵਾਸਤੇ ਲੋਕਾਂ ਦੇ ਵਿੱਚ ਪ੍ਰਚਾਰ ਕਰੋ, ਪਰ ਲੜੋ ਨਾ। ਤੁਹਾਡੇ ਹੱਕ 'ਚ ਨਹੀਂ ਜੇ ਖੜਨਾ ਇਹਨਾਂ ਨੇ। ਹੁਣੇ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਕਿ ਕਿੰਨੀਆਂ ਗਾਲਾਂ ਖਾਧੀਆਂ ਨੇ ਹਰਜੀਤ ਗਰੇਵਾਲ ਨੇ। ਰਾਜਪੁਰੇ ਤੋਂ ਇੱਕ ਦਿਨ ਪਹਿਲਾਂ ਪਾਰਟੀ ਚਾਹੇ ਬੰਦੇ ਨੂੰ ਟਿਕਟ ਦੇ ਦਿੱਤੀ ਹੈ, ਲੋੜ ਪੈਣ ਤੇ ਸ਼ਾਇਦ ਤੁਹਾਡੇ ਨਾਲ ਨਾ ਖੜਨ। ਆਪਾਂ ਗੱਲ ਕਰਦੇ ਹਾਂ ਹਲਕਾ ਰਾਮਪੁਰਾ ਫੂਲ ਦੀ। ਉੱਥੇ ਕਾਂਗਰਸੀ ਅਤੇ ਅਕਾਲੀ ਆਪਸ ਦੇ ਵਿੱਚ ਭਿੜੇ ਹੈ, ਹੱਥੋਂ ਪਾਈ ਹੋਏ ਇੱਟਾਂ ਰੋੜੇ ਚੱਲ ਗਏ। ਅਸਲ ਦੇ ਵਿੱਚ ਉੱਥੋਂ ਦੇ ਖੇਡ ਸਟੇਡੀਅਮ ਦੇ ਅੰਦਰ ਇੱਕ ਪ੍ਰਾਈਵੇਟ ਚੈਨਲ ਨੇ ਵਿਚਾਰ ਚਰਚਾ ਰੱਖ ਲਈ। ਅਕਾਲੀ ਵੀ ਸੀ, ਕਾਂਗਰਸੀ ਵੀ ਸੀ, ਦੋਵੇਂ ਤੈਸ਼ 'ਚ ਆ ਗਏ। ਇੱਟਾਂ ਰੋੜੇ ਚੱਲ ਪਏ। ਰੋਹ ਵਿੱਚ ਆਏ ਕੁਝ ਵਿਅਕਤੀਆਂ ਨੇ ਉੱਥੇ ਖੜੀਆਂ ਗੱਡੀਆਂ ਵੀ ਭੰਨ ਤੋੜ ਕਰ ਦਿੱਤੀਆਂ। ਹੁਣ ਇਸ ਝੜਪ ਦੇ ਵਿੱਚ ਇੱਕ ਕਾਂਗਰਸੀ ਕਾਫੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਤੇ ਇੱਕ ਅਕਾਲੀ ਵਰਕਰ ਦੇ ਵੀ ਕਥਿਤ ਤੌਰ ਤੇ ਕਹਿੰਦੇ ਗੁੱਝੀਆਂ ਸੱਟਾਂ ਲੱਗੀਆਂ ਨੇ। ਇਲਾਜ ਵਾਸਤੇ ਉੱਥੋਂ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਵੀ ਹੈ। ਇਸ ਘਟਨਾਕ੍ਰਮ ਤੋਂ ਬਾਅਦ ਕਾਂਗਰਸੀ ਰੋਹ 'ਚ ਆ ਗਏ, ਸ਼ਾਂਤ ਹੀ ਨਹੀਂ ਸੀ ਹੋ ਰਹੇ। ਉਹਨਾਂ ਨੇ ਪੁਲਿਸ ਸਟੇਸ਼ਨ ਦਾ ਘਿਰਾਓ ਵੀ ਕੀਤਾ ਤੇ ਹਮਲਾਵਰਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਜਦ ਪੁਲਿਸ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਫਿਰ ਕਿਤੇ ਜਾ ਕੇ ਉਹ ਸ਼ਾਂਤ ਹੋਏ। ਸਾਬਕਾ ਮਾਲ ਮੰਤਰੀ ਤੇ ਕਾਂਗਰਸੀ ਉਮੀਦਵਾਰ ਰਾਮਪੁਰਾ ਫੂਲ ਤੋਂ ਨੇ ਗੁਰਪ੍ਰੀਤ ਕਾਂਗੜ ਸਾਹਿਬ ਉਹ ਨੇ ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਸੀ। ਇਸ ਕਰਕੇ ਚੰਨੀ ਸਰਕਾਰ ਦੇ ਵਿੱਚੋਂ ਉਹ ਕੈਬਨਿਟ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ ਸੀ, ਪਰ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ। ਉਹਨਾਂ ਦੇ ਖਿਲਾਫ ਅਕਾਲੀ ਦਲ ਦੇ ਉਮੀਦਵਾਰ ਨੇ ਸਿਕੰਦਰ ਸਿੰਘ ਮਲੂਕਾ। ਕਾਂਗੜ ਸਾਹਿਬ ਸਿਕੰਦਰ ਸਿੰਘ ਮਲੂਕਾ ਤੇ ਦੋਸ਼ ਲਗਾ ਰਹੇ ਨੇ ਕਿ ਉਹਨਾਂ ਦੇ ਇਸ਼ਾਰੇ ਤੇ ਅਕਾਲੀ ਵਰਕਰਾਂ ਨੇ ਸ਼ਹਿਰ ਦੇ ਵੋਟਰ ਨੂੰ ਖੌਫਜ਼ਦਾ ਕਰਨ ਦੇ ਵਾਸਤੇ ਕਾਂਗਰਸੀ ਵਰਕਰਾਂ ਤੇ ਹਮਲਾ ਕੀਤਾ ਹੈ। ਦੂਸਰੇ ਪਾਸੇ ਸਿਕੰਦਰ ਸਿੰਘ ਮਲੂਕਾ ਕਹਿੰਦੇ ਕਿ ਗੁਰਪ੍ਰੀਤ ਕਾਂਗੜ ਆਪਣੀ ਪਾਰਟੀ ਤੇ ਹਲਕੇ ਦੇ ਲੋਕਾਂ ਦੇ ਹਾਸ਼ੀ ਤੇ ਜਾ ਚੁੱਕਾ ਹੈ। ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ ਕਿ ਜਿਹੜਾ ਇਸ ਥਾਣੇ ਦਾ SHO ਹੈ ਅਤੇ ਰਾਮਪੁਰਾ ਫੂਲ ਦਾ DSP ਹੈ, ਉਹ ਕਾਂਗਰਸ ਦੀ ਇਸ ਵਕਤ ਵੀ ਮਦਦ ਕਰ ਰਹੇ ਨੇ ਤੇ ਸਾਡੇ ਵਰਕਰਾਂ ਦੇ ਉੱਤੇ ਝੂਠੇ ਪਰਚੇ ਬਣਾਏ ਜਾ ਰਹੇ ਨੇ। ਪਰ ਕਹਿੰਦੇ ਕੋਈ ਨਹੀਂ, ਸੱਚ ਸਾਹਮਣੇ ਆ ਜੂ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ। ਪਰ ਹੁਣ ਤੁਹਾਨੂੰ ਬੇਨਤੀ ਫੇਰ ਹੈ ਕਿ ਵੋਟਾਂ ਆਉਂਦੀਆਂ ਰਹਿੰਦੀਆਂ ਨੇ, ਚੋਣਾਂ ਜਾਂਦੀਆਂ ਰਹਿੰਦੀਆਂ ਨੇ, ਉਮੀਦਵਾਰ ਕਿਸੇ ਨੂੰ ਟਿਕਟ ਮਿਲ ਜਾਂਦੀ ਹੈ, ਕਿਸੇ ਦੀ ਟਿਕਟ ਕੱਟ ਦਿੱਤੀ ਜਾਂਦੀ ਹੈ। ਹੁਣ ਇਹ ਪੱਕੇ ਕਾਂਗਰਸੀ ਨਹੀਂ ਹੈ, ਪੱਕੇ ਅਕਾਲੀ ਨਹੀਂ। ਤੁਹਾਨੂੰ ਪਤਾ ਹੈ ਕਿ ਰੋਜ਼ ਤਾਂ ਦਲ ਬਦਲੀਆਂ ਹੁੰਦੀਆਂ ਨੇ। ਇਹਦੇ ਤੋਂ ਪਹਿਲੀਆਂ ਮੈਂ ਖਬਰਾਂ ਸੁਣਾਈਆਂ ਨੇ ਕਿ ਪਹਿਲਾਂ ਕਾਂਗਰਸੀ ਆ, ਫਿਰ ਪੰਜਾਬ ਲੋਕ ਕਾਂਗਰਸੀ ਆ, ਹੁਣ ਭਾਜਪਾਈ ਆ। ਇਸੇ ਤਰ੍ਹਾਂ ਕਈ ਪਹਿਲਾਂ ਅਕਾਲੀ ਫਿਰ ਆਪ ਵਾਲੇ, ਪਹਿਲਾਂ ਆਪ ਵਾਲੇ ਹੁਣ ਕਾਂਗਰਸੀ। ਤੁਸੀਂ ਉਹਨਾਂ ਪਿੱਛੇ ਲੜੀ ਚੱਲੋ। ਇਹਨਾਂ ਪਿੱਛੇ ਮੇਰੇ ਵੀਰੋ ਭੈਣੋ ਭਰਾਵੋ ਲੜਨਾ ਛੱਡ ਦਿਓ। ਇਹਨਾਂ ਦੀ ਕੋਈ ਆਈਡੀਓਲੋਜੀ ਹੈ ਨਹੀਂ ਗੀ, ਇਹਨਾਂ ਦਾ ਕੋਈ ਸਟੈਂਡ ਹੈ ਨਹੀਂਗਾ, ਪਰ ਤੁਸੀਂ ਸਟੈਂਡ ਲਓ ਆਪਣੇ ਵਾਸਤੇ, ਆਪਣੇ ਭਵਿੱਖ ਵਾਸਤੇ, ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਤੇ ਪੰਜਾਬ ਦੇ ਭਵਿੱਖ ਵਾਸਤੇ। ਇਹ ਲੜਦੇ ਕਿਉਂ ਹੈ, ਇਹ ਚੋਣਾਂ 'ਚ ਖੜਦੇ ਕਿਉਂ ਹੈ? ਬੀਤੇ ਦਿਨੀ ਲਾਡੀ ਗਹਿਰੀ ਦੀ ਤੁਹਾਨੂੰ ਇੱਕ ਬਾਈਟ ਵੀ ਸੁਣਾ ਦਿੱਤੀ ਸੀ। ਸਤਕਾਰ ਕੌਰ ਦੀ ਟਿਕਟ ਕੱਟੀ, ਰੋ ਰੋ ਕੇ ਕਹਿੰਦਾ ਸੀ ਮੈਂ ਗਰੀਬ ਹੈ, ਮੇਰੇ ਬੱਚਿਆਂ ਦਾ ਕੀ ਬਣੂ। ਉਹਨੇ ਇਹ ਨਹੀਂ ਸੀ ਆਖਿਆ ਕਿ ਮੇਰੇ ਪੰਜਾਬ ਦਾ ਕੀ ਬਣੂ, ਮੇਰੇ ਹਲਕੇ ਦਾ ਕੀ ਬਣੂ, ਤੁਹਾਡਾ ਲੋਕੋ ਕੀ ਬਣੂ। ਬੱਚਿਆਂ ਦਾ ਹੀ ਫਿਕਰ ਰੱਖਦੇ। ਤੁਸੀਂ ਆਪਣੇ ਬੱਚਿਆਂ ਦਾ ਫਿਕਰ ਕਰਦੇ ਹੋਏ ਡੰਕੇ ਦੀ ਚੋਟ ਤੇ ਟੱਲੀ ਵਾਂਗੂ ਟਣਕਾ ਕੇ ਉਮੀਦਵਾਰ ਨੂੰ ਫੇਰ ਵੋਟ ਪਾਇਓ। ਭੁੱਲ ਜਿਓ ਕਿ ਤੁਸੀਂ ਕਾਂਗਰਸੀ ਹੋ, ਭੁੱਲ ਜਿਓ ਤੁਸੀਂ ਝਾੜੂ ਵਾਲੇ ਹੋ, ਭੁੱਲ ਜਿਓ ਤੁਸੀਂ ਭਾਜਪਾਈ ਹੋ, ਭੁੱਲ ਜਿਓ ਤੁਸੀਂ ਅਕਾਲੀ ਹੋ। ਤੁਸੀਂ ਉਸ ਉਮੀਦਵਾਰ ਦੀ ਚੋਣ ਕਰਿਓ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਹੱਕ 'ਚ ਤੇ ਪੰਜਾਬ ਤੇ ਹਲਕੇ ਦੇ ਹੱਕ 'ਚ ਖੜ ਸਕਦਾ ਹੈ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕਰਿਓ। ਇਹਦੇ ਨਾਲ ਹੀ ਸਮੇਂ ਦੀ ਸਮਾਪਤੀ ਹੈ। ਉਮੀਦ ਕਰ ਰਹੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇ ਚੰਗਾ ਲੱਗਿਆ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।